Hello everyone, welcome you all in your own channel Learn Everything. ਸੋ ਅਸੀਂ ਕਰ ਰਹੇ ਸੀ ਕਨਵਰਜੈਂਟ ਐਂਡ ਡਾਇਵਰਜੈਂਟ ਸੀਰੀਜ਼, ਠੀਕ ਹੈ। ਸੋ ਸ਼ੁਰੂ ਕਰਦੇ ਹਾਂ। ਮੈਂ ਨੈਕਸਟ ਤੁਹਾਨੂੰ ਇਹਦੇ ਵਿੱਚ ਕਰਵਾਵਾਂਗੀ ਕਿ ਕਿੱਦਾਂ ਜਿਹੜੀ ਜਿਓਮੈਟਰੀਕਲ ਸੀਰੀਜ਼ ਆ ਉਹ ਤੋਂ ਆਪਾਂ ਕਿੱਦਾਂ ਚੈੱਕ ਕਰ ਸਕਦੇ ਹਾਂ ਜੇ ਸਾਨੂੰ ਕੋਈ ਗਿਵਨ ਜਿਓਮੈਟ੍ਰਿਕ ਸੀਰੀਜ਼ ਹੈਗੀ, ਠੀਕ ਹੈ। ਸੋ ਦਿਸ ਇਜ਼ ਦ ਗਿਵਨ ਜਿਓਮੈਟ੍ਰਿਕ ਸੀਰੀਜ਼, ਲੈਟਸ ਸੇ ਆਰ ਸਮੇਸ਼ਨ 1 to ਇਨਫਿਨਿਟੀ ਆਰ ਇਸ ਪਾਵਰ n - 1 ਇਸ ਕਾਮਨ ਰੇਸ਼ੋ ਦੇ ਵਿੱਚ ਆਰ ਆਏਗੀ, ਠੀਕ ਹੈ। ਹੁਣ ਇਹ ਕਨਵਰਜ ਕਰੇਗੀ, ਇਹ ਸੀਰੀਜ਼ ਕਨਵਰਜ ਕਦੋਂ ਕਰੇਗੀ? ਜਦੋਂ ਇਸ ਆਰ ਜੋ ਕਾਮਨ ਰੇਸ਼ੋ ਹੈ ਇਹਦਾ ਮੋਡ ਲੈਸ ਦੈਨ ਹੋਏਗਾ 1, ਤੇ ਕਨਵਰਜ ਕਿਹਨੂੰ ਕਰੇਗੀ ਇਹ 1/1 - ਆਰ ਨੂੰ। ਯਾਨੀ ਤੁਹਾਨੂੰ ਜਿਓਮੈਟਰੀਕਲ ਸੀਰੀਜ਼ ਬਾਰੇ ਤਾਂ ਪਤਾ ਨਾ, ਮੈਂ AP GP 'ਚ ਵੀ ਆਲਰੇਡੀ ਕਰਵਾਈ ਚੁੱਕੀ ਹਾਂ। ਜਿਓਮੈਟਰੀਕਲ ਪ੍ਰੋਗਰੈਸ਼ਨ ਜਿਹੜੀ ਸੀਰੀਜ਼ ਹੁੰਦੀ GP, ਉਹਦੇ ਵਿੱਚ ਆਰ ਤੁਹਾਨੂੰ ਕੱਢਣੀ ਆਉਂਦੀ। ਤੁਸੀਂ ਬਸ ਕੀ ਕਰਨਾ, ਤੁਸੀਂ ਆਰ ਕੱਢ ਕੇ ਦੇਖਣੀ। ਜਿਹੜੀ ਆਰ ਹੈ ਜੇ ਉਹਦਾ ਮੋਡ ਲੈਸ ਦੈਨ 1 ਆ ਰਿਹਾ, ਦੈਟ ਮੀਨਸ ਉਹ ਸੀਰੀਜ਼ ਕਨਵਰਜ ਕਰ ਰਹੀ ਆ। ਅਤੇ ਕਿਹਨੂੰ ਕਨਵਰਜ ਕਰ ਰਹੀ ਆ? 1/1 - ਆਰ ਨੂੰ, ਠੀਕ ਹੈ। ਇਨ ਕੇਸ ਉਹ ਜਿਹੜੀ ਰੇਸ਼ੋ ਆਰ ਹੈ ਦੈਟ ਇਜ਼ ਗ੍ਰੇਟਰ ਦੈਨ ਇਕੁਅਲ ਟੂ 1, ਯਾਨੀ ਕਿ ਜਾਂ ਤਾਂ 1 ਹੈ ਜਾਂ 1 ਤੋਂ ਜ਼ਿਆਦਾ ਹੈ, ਦੈਨ ਉਹ ਸੀਰੀਜ਼ ਕਿਹਨੂੰ ਡਿਵਰਜ ਕਰੇਗੀ? ਅਤੇ ਕਿਹਨੂੰ ਡਿਵਰਜ ਕਰੇਗੀ? ਇਨਫਿਨਿਟੀ ਨੂੰ, ਡਿਵਰਜਿਸ ਟੂ ਇਨਫਿਨਿਟੀ। ਅਗੇਨ ਮੈਂ ਰਿਪੀਟ ਕਰ ਰਹੀ ਹਾਂ, ਕੋਈ ਜਿਓਮੈਟਰੀਕਲ ਸੀਰੀਜ਼ ਹੈ, ਇਫ ਉਹਦਾ ਮੋਡ ਲੈਸ ਦੈਨ 1 ਆ ਤਾਂ ਉਹ ਸੀਰੀਜ਼ ਕਨਵਰਜ ਕਰੇਗੀ, ਠੀਕ ਹੈ। ਕਨਵਰਜ ਕਰੇਗੀ 1/1 - ਆਰ ਨੂੰ। ਅਤੇ ਜੇ ਉਹ ਆਰ ਦੀ ਵੈਲੂ ਇਕੁਅਲ ਟੂ 1 ਜਾਂ ਫਿਰ ਗ੍ਰੇਟਰ ਦੈਨ 1 ਆਉਂਦੀ ਆ, ਠੀਕ ਹੈ, ਤਾਂ ਆਪਾਂ ਕਹਾਂਗੇ ਡਿਵਰਜ ਕਰ ਰਹੀ ਹੈ। ਅਤੇ ਡਿਵਰਜ ਕਿਹਨੂੰ ਕਰ ਰਹੀ ਹੈ? ਇਨਫਿਨਿਟੀ ਨੂੰ। ਅਤੇ ਇਨ ਕੇਸ ਇਹ ਆਰ ਦੀ ਵੈਲੂ -1 ਆ ਗਈ ਸਾਡੇ ਕੋਲ, ਕਿੰਨੀ ਆ ਗਈ? -1, ਅਤੇ ਔਸੀਲੇਟ ਕਰੇਗੀ ਫਾਈਨਾਈਟਲੀ ਬਿਟਵੀਨ 0 ਐਂਡ 1, ਅਤੇ ਔਸੀਲੇਟ ਕਰੇਗੀ ਇਨਫਾਈਨਾਈਟਲੀ ਜੇ ਆਰ ਦੀ ਵੈਲੂ ਆਉਂਦੀ ਹੈ ਲੈਸ ਦੈਨ -1। ਕਨਵਰਜ ਐਬਸਲਿਊਟਲੀ ਕਰੇਗੀ ਇਹ ਵਾਲੀ ਕੰਡੀਸ਼ਨ ਲਈ ਫॉर ਮੋਡੂਲਸ ਆਫ ਆਰ ਲੈਸ ਦੈਨ 1। ਕਲੀਅਰ ਹੋ ਰਿਹਾ ਤੁਹਾਨੂੰ? ਠੀਕ ਹੈ। ਸੋ ਈਜ਼ੀ ਹੈਗਾ, ਕੁਛ ਵੀ ਨਹੀਂ ਹੈਗਾ। ਮੇਨ ਤੁਸੀਂ ਇਹਨਾਂ ਦੋਨਾਂ 'ਤੇ ਫੋਕਸ ਕਰਨਾ। ਕਨਵਰਜੈਂਟ ਡਾਇਵਰਜੈਂਟ 'ਤੇ ਕੁਐਸਚਨ ਜਿਹੜਾ ਉਹ ਪੁੱਛਿਆ ਜਾਂਦਾ। ਸੋ ਮੈਂ ਕੁਛ ਕੁਐਸਚਨਸ ਤੁਹਾਨੂੰ ਦਿਖਾਉਂਦੀ ਹਾਂ ਤਾਂ ਉਹਦੇ ਨਾਲ ਇਹਦੀ ਪ੍ਰੈਕਟਿਸ ਹੋ ਜਾਏਗੀ, ਠੀਕ ਹੈ। ਸੋ ਦੇਖਦੇ ਹਾਂ। ਜਿਸ ਤਰ੍ਹਾਂ ਹੁਣ ਇਹਦੇ ਵਿੱਚ ਦੇਖੋ, ਤੁਹਾਨੂੰ ਇੱਕ ਜਿਓਮੈਟਰੀਕਲ ਸੀਰੀਜ਼ ਪ੍ਰੋਵਾਈਡ ਹੈਗੀ ਹੈ, ਠੀਕ ਹੈ। 1 + 1/2 + 1/2 ਸਕੁਅਰ ਪਲੱਸ ਅਪ ਟੂ ਸੋਨ 1/2 ਦੀ ਪਾਵਰ n - 1, ਠੀਕ ਹੈ। ਸੋ ਇੱਕ GP ਹੈ, GP ਸੀਰੀਜ਼, ਕਿਉਂਕਿ ਕਾਮਨ ਰੇਸ਼ੋ ਦੇਖੋ, ਸੈਕਿੰਡ ਨੂੰ ਫਸਟ ਟਰਮ ਨਾਲ ਡਿਵਾਈਡ ਕਰਕੇ ਦੇਖਿਓ, ਥਰਡ ਨੂੰ ਸੈਕਿੰਡ ਨਾਲ ਡਿਵਾਈਡ ਕਰਿਓ, ਅਪ ਟੂ ਸੋਨ ਜਦੋਂ ਵੀ ਤੁਸੀਂ ਇੱਦਾਂ ਮਤਲਬ ਨੈਕਸਟ ਟਰਮ ਨੂੰ ਪਿਛਲੀ ਵਾਲੀ ਟਰਮ ਨਾਲ ਡਿਵਾਈਡ ਕਰਕੇ ਦੇਖੋਗੇ, ਯੂ ਵਿਲ ਗੈਟ 1/2, ਮਤਲਬ ਕਾਮਨ ਰੇਸ਼ੋ ਕਿੰਨੀ ਆ ਰਹੀ ਹੈ? 1/2। ਕਲੀਅਰ? ਸੋ ਆਰ ਦੀ ਵੈਲਿਊ ਆ ਗਈ 1/2। ਬਸ ਅਸੀਂ ਇਹੀ ਤਾਂ ਚੈੱਕ ਕਰਨੀ ਹੈ। ਹੁਣ ਆਰ ਦੀ ਵੈਲਿਊ 1/2 ਆ, 1/2 ਮਤਲਬ 0.5, 0.5 ਲੈਸ ਦੈਨ 1। ਤਾਂ ਮੈਂ ਬੋਲਿਆ ਸੀ ਕਿ ਜੇ ਆਰ ਦੀ ਵੈਲਿਊ ਲੈਸ ਦੈਨ 1 ਆ ਰਹੀ ਆ, ਠੀਕ ਹੈ, ਦੈਨ ਦਿਸ ਗਿਵਨ ਸੀਰੀਜ਼ ਇਜ਼ ਕਨਵਰਜੈਂਟ। ਈਜ਼ੀ ਹੈਗਾ ਨਾ, ਤੁਸੀਂ ਬਸ ਉਸ ਨੂੰ ਦੇਖਣਾ, ਦੇਖ ਕੇ ਪਹਿਚਾਨਣਾ ਉਹ GP ਹੈ। GP ਮਤਲਬ ਉਹਨਾਂ 'ਚ ਕੋਈ ਕਾਮਨ ਰੇਸ਼ੋ ਹੋਏਗੀ, ਠੀਕ ਹੈ। ਸੋ ਕਾਮਨ ਰੇਸ਼ੋ ਫਿਰ ਦੇਖ ਲੈਣੀ ਕਿੰਨੀ ਹੈ। ਜੇ ਉਹ 1 ਤੋਂ ਲੈਸ ਹੈ ਦੈਨ ਇਟ ਮੀਨਸ ਇਟ ਇਜ਼ ਅ ਕਨਵਰਜੈਂਟ ਸੀਰੀਜ਼। ਅਤੇ ਕਿੰਨੇ ਨੂੰ ਕਨਵਰਜ ਕਰੇਗੀ? 1/1 - ਆਰ, ਦੈਟ ਮੀਨਸ 1/1 - 1/2, ਦੈਟ ਇਜ਼ ਇਕੁਅਲ ਟੂ 2। ਸੋ ਪੇਪਰ 'ਚ ਇਹ ਵੀ ਸੀਰੀਜ਼ ਦੇ ਕੇ ਪੁੱਛ ਸਕਦਾ ਹੈ ਕਨਵਰਜੈਂਟ ਡਾਇਵਰਜੈਂਟ, ਜਾਂ ਉਹਨੇ ਆਪਸ਼ਨ ਦਿੱਤਾ ਹੋਏਗਾ ਕਨਵਰਜਿਸ ਟੂ 2, ਕਨਵਰਜਿਸ ਟੂ 1, ਡਾਇਵਰਜਿਸ ਟੂ ਇਨਫਿਨਿਟੀ, ਜਾਂ ਫਿਰ ਕੁਛ ਹੋਰ ਆਪਸ਼ਨ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਟ ਇਜ਼ ਕਨਵਰਜਿੰਗ ਟੂ 2। ਕਲੀਅਰ? ਨੈਕਸਟ ਦੇਖੋ, ਸਿਮਿਲਰਲੀ ਇੱਕ ਸੀਕੁਐਂਸ ਦਿੱਤਾ 1 + 1/5 + 1/5 ਦਾ ਸਕੁਅਰ ਪਲੱਸ ਅਪ ਟੂ ਸੋਨ 1.5n। ਦੇਖੋ ਗਿਵਨ ਇਹ ਕੀ ਹੈਗੀ? GP ਹੈਗੀ ਆ। ਆਰ ਦੀ ਵੈਲਿਊ ਕਿੰਨੀ? 1/5, ਕਾਮਨ ਰੇਸ਼ੋ 1/5 ਹੀ ਆਏਗੀ, 1/5, ਠੀਕ ਹੈ, ਮਤਲਬ 0.2 ਵਿਚ ਇਜ਼ ਅਗੇਨ ਲੈਸ ਦੈਨ 1। ਇਟ ਇਜ਼ ਅ ਕਨਵਰਜੈਂਟ ਸੀਰੀਜ਼। ਅਤੇ ਕਿੰਨੇ ਨੂੰ ਕਨਵਰਜ ਕਰੇਗੀ? ਲੈਟਸ ਸੀ ਉਹ ਜੇ ਪੁੱਛੇ ਕਨਵਰਜ ਕਿੰਨੇ ਨੂੰ ਕਰੇਗੀ? 1/1 - 1/5, ਯਾਨੀ 1/1 - ਆਰ। ਸੋਲਵ ਕਰ ਲੈਣਾ ਤੁਸੀਂ, ਉਹ ਤੁਹਾਡੀ ਕਨਵਰਜੈਂਸ ਨਿਕਲ ਜਾਏਗੀ, ਠੀਕ ਹੈ। ਕੱਢ ਹੀ ਲਓ ਭਾਵੇਂ। 5 1 ਦਾ 5 - 1 4/5, 1/4/5, ਠੀਕ ਹੈ। ਸੋ ਉਲਟਾ ਦਿਓ ਇਹਨੂੰ, ਬਣ ਜਾਏਗਾ 5/4। ਕਲੀਅਰ? ਸੋ 5/4 ਨੂੰ ਇਹ ਕਨਵਰਜ ਕਰੇਗੀ। ਦਿਸ ਇਜ਼ ਅ ਗਿਵਨ ਜਿਓਮੈਟਰੀਕਲ ਸੀਰੀਜ਼। ਇਹ ਕਨਵਰਜ ਕਦੋਂ ਕਰਦੀ ਆ? ਜੇ ਉਹਦਾ ਮੋਡ ਲੈਸ ਦੈਨ 1 ਹੋਵੇ, ਅਤੇ ਡਿਵਰਜ ਕਦੋਂ ਕਰਦੀ ਹੈ? ਜਦੋਂ ਮਤਲਬ ਆਰ ਰੇਸ਼ੋ ਜਿਹੜੀ ਗ੍ਰੇਟਰ ਦੈਨ ਇਕੁਅਲ ਟੂ 1 ਹੋਵੇ। ਕਲੀਅਰ ਹੋ ਰਿਹਾ ਤੁਹਾਨੂੰ? ਇਹ ਦੇਖੋ ਬਿਲਕੁਲ ਸ਼ਾਰਟ ਕਰਕੇ ਲਿਖਿਆ ਹੋਇਆ ਕਿ ਗਿਵਨ ਜਿਓਮੈਟਰੀਕਲ ਕੋਈ ਸੀਰੀਜ਼ ਆ, ਜੇ ਉੱਥੇ ਜਿਹੜਾ ਮੋਡ ਆਰ ਉਹਦੀ ਲੈਸ ਦੈਨ ਵੈਲਿਊ 1 ਆ ਰਹੀ ਆ, ਠੀਕ ਹੈ, ਜਿੱਦਾਂ ਇੱਥੇ ਆਈ ਆ, ਅਤੇ ਉਹ ਕਨਵਰਜੈਂਟ ਆ। ਜੇ ਗ੍ਰੇਟਰ ਦੈਨ ਇਕੁਅਲ ਟੂ 1 ਆ ਰਹੀ ਆ ਅਤੇ ਡਾਇਵਰਜੈਂਟ ਆ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਉਹੀ ਲਿਖਿਆ ਹੋਇਆ ਦੁਆਰਾ, ਸੀਕੁਐਂਸ ਹੈ 1 + 1/3 + 1/3 ਸਕੁਅਰ ਅਪ ਟੂ ਸਨ 1/3n। ਅਗੇਨ ਇਟ ਇਜ਼ ਅ GP 1/3, ਅਗੇਨ ਲੈਸ ਦੈਨ 1, ਕਨਵਰਜਨ, ਠੀਕ ਹੈ। ਆਰ ਦੀ ਵੈਲਿਊ ਜਸਟ ਕੱਢ ਕੇ ਦੇਖਣੀ ਤੁਸੀਂ। ਨੈਕਸਟ ਹੈ ਜੀ ਵੈਰੀ ਇੰਪੋਰਟੈਂਟ ਲਿਬਨਿਟਜ਼ ਟੈਸਟ, ਜਾਂ ਅਲਟਰਨੇਟਿੰਗ ਸੀਰੀਜ਼ ਟੈਸਟ ਵੀ ਬੋਲਦੇ ਹਨ, ਠੀਕ ਹੈ। ਜੇ ਕੋਈ ਸੀਕੁਐਂਸ AN monotonic decreasing sequence of positive terms and converges to 0, then
ਇਹ ਵਾਲਾ ਜਿਹੜਾ ਗਿਵਨ ਸੀਕੁਐਂਸ ਨਾ n ਇਕੁਅਲ ਟੂ 1 ਟੂ ਇਨਫਿਨਿਟੀ ਮਾਈਨਸ 1 ਦੀ ਪਾਵਰ n an ਇਜ਼ ਕਨਵਰਜੈਂਟ। ਹੁਣ ਇਹ ਪੇਪਰ 'ਚ ਤਾਂ ਇੱਕ ਇੱਦਾਂ ਵੀ ਦਿੱਤਾ ਹੋ ਸਕਦਾ ਕਿ an ਇਜ਼ ਏ ਮੋਨੋਟੋਨ ਡਿਕਰੀਜ਼ਿੰਗ ਸੀਕੁਐਂਸ ਆਫ ਪੋਜ਼ੀਟਿਵ ਟਰਮ ਐਂਡ ਕਨਵਰਜਿਸ ਟੂ 0। ਦੈਨ ਉਹ ਅੱਗੇ 4 ਆਪਸ਼ਨ ਦੇਗਾ, ਇਹ ਲਿਖ ਦੇਗਾ ਕਨਵਰਜੈਂਟ, ਕੁਛ ਹੋਰ ਲਿਖ ਦੇਗਾ ਕਨਵਰਜੈਂਟ, ਇਹਨੂੰ ਡਾਇਵਰਜੈਂਟ ਲਿਖ ਦੇਗਾ ਜਾਂ ਕਿਸੇ ਹੋਰ ਨੂੰ ਡਾਇਵਰਜੈਂਟ ਲਿਖੇਗਾ। ਸੋ ਇੱਕ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਦੂਸਰਾ ਇਹ ਵੀ ਦੇ ਸਕਦਾ ਕਿ ਇਹ ਕਨਵਰਜੈਂਟ ਆ, ਹੈ ਨਾ, ਮਤਲਬ ਇਹ ਕਨਵਰਜੈਂਟ ਦਾ ਮਤਲਬ ਕਿ ਜਿਹੜਾ an ਨਾ ਇੱਕ ਮੋਨੋਟੋਨਿਕ ਡਿਕਰੀਜ਼ਿੰਗ ਸੀਕੁਐਂਸ ਆ ਆਫ ਪੋਜ਼ੀਟਿਵ ਟਰਮ ਤੇ ਕਿਹਨੂੰ ਕਨਵਰਜ ਕਰ ਰਿਹਾ 0 ਨੂੰ। ਕਲੀਅਰ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹਨੂੰ ਕਨਵਰਜ ਕਰ ਰਿਹਾ 0 ਨੂੰ। ਸੋ ਸਭ ਤੋਂ ਪਹਿਲਾਂ ਡੈਫੀਨੇਸ਼ਨ ਬਹੁਤ ਇੰਪੋਰਟੈਂਟ ਹੁੰਦੀ ਕਿਉਂਕਿ ਡੈਫੀਨੇਸ਼ਨ ਦੇ ਵਿੱਚੋਂ ਇਹਨਾਂ ਕਈ ਵਾਰੀ ਕੁਐਸਚਨਸ ਪੁੱਟ ਕੀਤੇ ਜਾਂਦੇ ਆ। ਸੋ ਇਹਨੂੰ ਜਰਾ ਧਿਆਨ ਨਾਲ ਦੇਖਿਆ ਕਰੋ। ਹੇਅਰ ਸੀਕੁਐਂਸ an ਇਜ਼ ਮੋਨੋਟੋਨਿਕ ਡਿਕਰੀਜ਼ਿੰਗ ਸੀਕੁਐਂਸ ਆਫ ਪੋਜ਼ੀਟਿਵ ਟਰਮ ਐਂਡ ਕਨਵਰਜਿਸ ਟੂ 0। ਉਹਦਾ ਪ੍ਰੂਫ ਕੀਤਾ ਹੋਇਆ ਉਹ ਆਪਾਂ ਕਰਨਾ ਨਹੀਂ ਹੈਗਾ। ਤੁਸੀਂ ਆਹ ਫਾਰਮ ਦੇਖੋ, ਕੋਈ ਅਲਟਰਨੇਟਿੰਗ ਸੀਰੀਜ਼ ਆ, ਪਲੱਸ ਫਿਰ ਮਾਈਨਸ प्लस माइनस तो जो n की है ग्रेटर देन 0, ठीक है, फॉर एवरी n बिलोंग्स टू n इन सच दैट कि इतने हूँ आ मेन चीज़ un+1 लैस दैन इक्वल टू un, मतलब जो n+1 जो अगला होएगा ना वो लैस दैन इक्वल टू की होएगा un, ठीक है, फॉर एवरी n। तो दो कंडीशनस है इतने, एक ये वाली, एक दूसरी हैगी कि लिमिट n टेंड टू इन्फिनिटी un 0 हो जाए तो असीं कहने गिवन सीरीज़ की है कन्वर्जेंट आ। मतलब कि एरिया टेस्ट की अगली फॉर्म की है, तुसीं की करना सब तो पहले वो देख लेनी जी सीरीज़ आ, ਉਹਦੇ ਵਿੱਚ दो कंडीशन देखने, एक तो un+1 लैस दैन इक्वल टू un हो, दूसरा उस लिमिट n टेंड टू इन्फिनिटी करा मैं un तो 0 आ जाए, मतलब कन्वर्जिस टू 0 आ ना, इस करके असीं कहांगे सीरीज़ की है कन्वर्जेंट आ। क्लीयर, तुहानूं समझ आ रहा। मोनोटोनिक डिक्रीजिंग हो गया एक तो, मतलब अगली टर्म पिछले तो घट, मतलब पहले वाले तो घट आ ना, डिक्रीजिंग आ, कन्वर्ज कर 0 ਨੂੰ, ਇਹਦਾ मतलब कि ਉਹਦੀ ਹੀ ਫਾਰਮ ਲਿਖੀ ਆ, ਇਸੇ ਚੀਜ਼ ਨੂੰ ਉਹਨੇ ਮੈਥਮੈਟੀਕਲ ਫਾਰਮ ਦੇ ਵਿੱਚ ਲਿਖਿਆ ਹੋਇਆ। ਕਲੀਅਰ। ਹੁਣ ਇਹਦੇ ਕੁਝ ਸਮ ਦੇਖੋ, ਪਹਿਲਾ ਸਮ ਦੇਖੋ, ਇਹ ਦਿੱਤੀ ਅਲਟਰਨੇਟਿੰਗ ਸੀਰੀਜ਼ -1 ਦੀ ਪਾਵਰ n - 1 अपॉन n, ठीक है, बना लो -1 ਦੀ ਪਾਵਰ ਪਹਿਲਾਂ n ਨੂੰ 1 पुट करो तो 1 आ जाएगा, फिर 2 पुट करो तो 1/2 आ जाएगा माइनस दे, फिर 3 पुट करोगे प्लस 1/3 आ जाएगा, फिर इदा ही अगेन अगे तो अगे तुसीं पुट करते जाना वैल्यूज़ ਨੂੰ, तो एक तुहाडे कोल सीरीज़ बन गई। ਹੁਣ देख के पता चलता पिया कि ये सीरीज़ केड़ी आ, अल्टरनेटिंग सीरीज़ आ, मतलब कि माइनस प्लस इदा जा रही, दैट मीनस आप लिबनिट्स टेस्ट लगा सकते हैं, अल्टरनेटिंग सीरीज़ टेस्ट लगा सकते हैं। वो लिए पहला मैंने चैक करना पैंदा कि जो an+1 है या un+1 कह लो, ठीक है, वो लैस दैन होना चाहिए un नालों, ठीक है, इतने सिक्वेंस an की फॉर्म च लिया होया। सो इत्थे तो पहले इन्हूं कंपेयर किया तो मैं an की मेरे को वैल्यू कितनी आ गई 1/n, ठीक है, ये देखो ना साढ़े को किस फॉर्म से -1 की पावर n - 1 इंटू an, तो जो 1/n बचा यही an आ। हुण तुहानूं पता कि ये जिहड़ा an दिस इज़ इक्वल टू 1/n, ठीक है, 1/n, तो जिहड़ा an+1 होएगा वो की होएगा 1/n+1। तो तुहानूं पता जो भी डिनोमीनेटर दे विच वैल्यू वधदी आ तो एक्चुअली वो ओवरऑल वैल्यू घटदी आ, तो मैं कहां 1.2 ते 1.3 इन्हां दोनों चों वड्डा किहड़ा 1.2, ऑब्वियसली ना, डिनोमीनेटर जो कुछ वादा, लेट्स से दिस इज़ द n, दिस इज़ n+1, तो देखो ये जो n+1 है घट गया कि नालों an नालों। सो पहली कंडीशन तो सैटिस्फाई होगी ना, ये पहली यही सी n+1 वाला छोटा होना चाहिए n तो, ठीक है। सो पहली तो कंडीशन जी सैटिस्फाई होंगी पई साडे कोल कि an ग्रेटर दैन an+1। दूसरी कंडीशन की होंगी सी, उत्ते जे मैं लिमिट n टेंड टू इन्फिनिटी करावां तो आंसर क्या आवे 0। हुण मेरे कोल an की है 1/n, मैं लिमिट n टेंड्स टू इन्फिनिटी करवा दी 1/n ते 1/इन्फिनिटी कितना होंदा 0। दूसरी कंडीशन भी सैटिस्फाई होगी। सो अकॉर्डिंग टू लिबनिट्स टेस्ट ये की हो गया कन्वर्जन। क्लीयर है ना, तुहानूं क्लीयर हो रहा, ईजी है, कुछ भी नहीं, दो चीज़ां चैक करनी। पहला कि चैक करना an+1 जिहड़ा वो छोटा होना चाहिए an तो, वो सैटिस्फाई होगी कंडीशन। दूसरा लिमिट n टेंड टू इन्फिनिटी करा देनी उस an ते, वो 0 अप्रोच करनी चाहिए, ठीक है, 0 आ गया तो कन्वर्जेंट हो गई। नैक्सट आ देखो बहुत सारे सम है, हुण आपां कल्ला कल्ला प्रैक्टिस करते हैं, ठीक है। सो पहला एक क्वेश्चन दिता होया, दिस इज 1 - 1/3 + 1/5, ठीक है, इदा गिवन हैगा तुहानूं। सो हेयर an इज इक्वल्स टू 1/nth टर्म ऑफ AP 1, 3, 5 अप टू सो ऑन 1 इनू डिवाइड 1, 3, 5, 7 इधर अगे तो अगे जा रहे हैं, ठीक है। सो इनू आप पहले इस फॉर्म के लिखना है, तो इन्हूं लिख लिया 1/1 + n - 1 इंटू 2, AP तुहानूं बनानी है ना a + n - 1 इंटू d, ठीक है, विच डिफरेंस कितने आ रहा 2, तो d नूं 2 पुट कर देना, n - 1 एज इट इज़ फर्स्ट टर्म नूं 1 लिख लिया, 1 + n - 1 इंटू 2 दैट इज़ 1/2n - 1। हुण तुसीं इत्थे n दी वैल्यूज़ पुट करके देखना, तुहाडे कोल बिल्कुल उही वाली बनेगी,
ठीक है, जिहड़ी आ वाली सीरीज़ हैगी। सो पहला तो असीं इस फॉर्म दे विच बना लिया कि साडे कोल एक सीक्वेंस आ जाए, सीक्वेंस किहड़ा है। सो ये सीक्वेंस आ गया 1/2n माइनस 1, ठीक है। सानू भी पता है, जब देखो an दा मेरे कोल ग्रेटर दैन 0 है, ठीक है, फॉर एवरी n। सिंस 2n + 1 यानी कि 2n दे विच मैं +1 कर देवां, वो ग्रेटर दैन होएगा 2n माइनस 1 नालों, होएगा कि नहीं होएगा। तो दैट मीनस जे मैं 1/2n + 1 करा, वो लैस दैन हो जाएगा। समझ रहे हो? देखो तुसीं इत्थे n की जगह n+1 कर दो, n की जगह n+1 कर दो, ठीक है, आ जाएगा 2n + 2 माइनस 1, दैट इज़ 2n + 1, 2n + 1 यानी कि सीक्वेंस ये an सी, लेट्स से दिस इज सीक्वेंस an, तो an की आ गया 2n + 1, ठीक है। तो सानू भी पता 2n + 1 की होएगा, ग्रेटर दैन ही होएगा ना 2n माइनस 1, तो कोई भी वैल्यू पुट करके देख लो ना, इत्थे ये तो अंडरस्टूड ही है। 2n च मैं कुछ 1 प्लस करा, वो वध ही होएगा जे मैं 2n च कुछ घटाया होगा, समझते हो। तो तुहानू भी पता अकॉर्डिंग टू लीनियर इक्वैलिटीज़ दे विच तुहानू दस्सिआ जो इत्थे डिवाइड कर दिंदे आपां इस टर्म नू, ते वो घट जांदी है, ठीक है, वो लैस हो गई 2n माइनस 1, यानी कि जिहड़ा मैं an+1 करके सीक्वेंस बनाया वो an नालों की आ गया, छोटा आ गया कि नहीं आ गया, आ गया ना। सो पहली कंडीशन तो सैटिस्फाई हो गई कि an+1 लैस दैन की हो गया an फॉर एवरी n। दूसरा की हुंदा, आपां इहदे ते लिमिट n टेंड टू की करवानी हुंदी इनफिनिटी, तो अप्रोच किनू करना चाहिए 0 नू। सो इत्थे मैं लिमिट n टेंड टू इनफिनिटी करा दी, 1/2 इनफिनिटी माइनस 1 1/इनफिनिटी 0, 1/इनफिनिटी की हुंदा 0, तो ये किनू अप्रोच कर गया 0 नू। सो दोनों कंडीशन सैटिस्फाई हो गया, तो अकॉर्डिंग टू लिबनिट्ज़ टेस्ट तो गिवन सीरीज़ की हो गई कन्वर्जेंट। क्लियर। नैक्सट क्वेश्चन ते चलते हैं। नैक्सट सानू कुछ इदां दी सीरीज़ प्रोवाइडेड सी 1 माइनस 1/√2 प्लस, देखो जो भी मैं तुहानू एक गल दसी, माइनस प्लस प्लस माइनस इदा अगे कुछ चलना, तुसीं -1 की पावर n-1 लिख लेना, ये अंडरस्टूड आ। बाकी जिहड़ा भी हो रहा हुण 1 देखो एक बारी इत्थे √1, फिर √2, √3, √4 यानी कि आ रहा √n आ रहा। सो an की आ गया मेरा 1/√n, ठीक है। सो an की वैल्यू निकल गई। हुण n+1 देखो, जे मैं एक लेट्स से मैं लेनी ये √n, तो तुहानू भी पता जिहड़ा रूट च n+1 करांगी वो वड्डा ही होएगा √n नालों। n+1 √n नालों की होएगा, अगेन लिखते नहीं मैं इत्थे, n+1 √n नालों वड्डा ही होएगा, यानी कि लेट्स से दिस इज़ a √2, तो √3 √2 नालों वड्डा ही हुंदा, ये 1.414 1.73 हुंदा, ठीक है। सो जे √n+1 n रूट नाल वड्डा, तो जे मैं डिवाइड च लिख देवां 1 डिवाइड, वो तो घट जाएगा ना। इन्हां दा तुहानू पता ना, जिद्दां तुहानू मैं एक होर एग्जाम्पल दिन्नी है, मैनू पता 3 इज़ ग्रेटर दैन 2 बट 1/3 इज़ लैस दैन 1/2, तो पता तुहानू कि जो आप उही चीज़ नू वड्डे वाले डिनोमीनेटर च लै दिंदे आ, वो लैस बन जाती है। क्लियर। सो सिमिलरली इत्थे 1/√n+1 लैस दैन हो गया 1/√n, तो ये किहड़ा सीक्वेंस है an+1 वाला, क्योंकि इनू तो मैं an सीक्वेंस लिया सी ना, तो an+1 वाला ही। सो पहली कंडीशन तो लिबनिट्ज़ की सैटिस्फाई होगी कि an+1 लैस दैन की आ गया an फॉर एवरी n। दूसरा मैं इहदे ते जिहड़ा सीक्वेंस an है, इत्ते लिमिट n टेंड टू की करवानी हुंदी इनफिनिटी, 1/√infinity 1/infinity दैट इज़ इक्वल टू 0। सो कैन अप्रोच कर गया 0 नू, सो दैट मीनस लिबनिट्ज़ टेस्ट जिहड़ा वेरीफाई हो गया, तो सीरीज़ की हो गई कन्वर्जेंट। सौखा हैगा ना। नैक्सट देखो अगेन, हुण अगेन ये वाली साडे को उत्थे रकम ये सी, तुसीं वापस वीडियो नू बैक करके देख सकदे हो, मैं सारियां तुहानू दस्सियां उत्थे। सो 1 + 1 -1 -1 +1 आ रहा, दैट इज़ -1 की पावर n-1 तो आना ना, log 2 3 4 5 अप टू सो जा रहा है ना। तो इनू लिख लिया आपां, लेट्स से दिस इज़ द 1, ये 1 तो स्टार्ट, मतलब कि इत्थे देखो कि 1 तो मतलब कि इत्थे जे n की वैल्यू मैं 1 पुट कीती है ना, -1 की पावर, एक मिनट, -1 की पावर 1 - 1 कितना हुंदा 0, -1 की पावर 0, किसी की पावर भी 0 कितना हुंदा 1 हुंदा, तो दैट मीनस इत्थे 1 आया होया पॉजिटिव। बट उस टाइम नीचे की आ log 2 आ, मतलब n नहीं हैगा, n+1 है, तो समझ रहे हो। तो इस करके इत्थे log मेरे को n+1 आया, जिदा अगेन इस टर्म नू देखो -1 की पावर मैं 2 - 1 लिखती, मैंने n नू 2 पुट किया, तो 2 - 1 कितना आएगा, -1 की पावर 2 - 1 1, यानी कि -1 इत्थे -1 आ गया, बिल्कुल आ गया। बट उस टाइम जो मैं n नू 2 पुट किया, नीचे की है 3, तो log 3 आ गया। समझ रहे हो, यानी कि जे ਆਪਾਂ ਇਹਨੂੰ n ਲੈ ਰਹੇ ਹੋ ਤਾਂ ਨੀਚੇ log ਕੀ ਹੈ n+1। ਤੁਹਾਨੂੰ ਪਹਿਲਾਂ ਤਾਂ ਸੀਕੁਐਂਸ ਬਣਾਉਣਾ ਆਉਣਾ ਚਾਹੀਦਾ, ਸੀਕੁਐਂਸ ਬਣਾਉਣਾ ਆਉਣਾ ਬਹੁਤ ਜ਼ਰੂਰੀ ਹੈ, ਠੀਕ ਹੈ ਨਾ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਸੀਕੁਐਂਸ ਆ ਉਹ ਕਿੱਦਾਂ ਬਣਦਾ ਹੈ। ਕਲੀਅਰ। ਸੋ ਨੈਕਸਟ ਦੇਖੋ, ਫਿਰ ਇਹ ਸੀਕੁਐਂਸ ਤਾਂ ਮੇਰੇ ਕੋਲ ਨਿਕਲ ਗਿਆ, a 1/log n+1 n+1, ठीक है। तो
ਅਸੀਂ ਕਰਨਾ n ਨੂੰ n+1 ਪੁੱਟ ਕਰਨਾ ਹੁੰਦਾ, ਠੀਕ ਹੈ। n ਨੂੰ ਮੈਂ n+1 ਕਰਾਂਗੀ ਤੇ ਆਲਰੇਡੀ 1+1 ਹੈ ਤਾਂ n+2 ਬਣ ਜਾਏਗਾ ਕਿ ਨਹੀਂ, ਯਾਨੀ log n+2 ਬਣ ਜਾਏਗਾ। ਤੇ log n+2 ਕੀ ਹੋਏਗਾ, ਗ੍ਰੇਟਰ ਦੈਨ log n+1। ਪਤਾ ਨਾ log ਅੱਗੇ ਤੋਂ ਵੈਲਿਊ ਉਹਦੀ ਵੱਧਦੀਆਂ ਹੀ ਆ, ਠੀਕ ਹੈ। ਯਾਨੀ ਕਿ ਜੇ log n+2 ਗ੍ਰੇਟਰ ਦੈਨ log n+1 ਆ ਤੇ 1/log n+2 ਕੀ ਹੋਏਗਾ, ਲੈਸ ਹੀ ਹੋਏਗਾ 1/log n+1 ਤੋਂ। ਯਾਨੀ ਪਹਿਲੀ ਕੰਡੀਸ਼ਨ ਤਾਂ ਸੈਟੀਸਫਾਈ ਹੋ ਗਈ ਕਿ an+1 ਜਿਹੜਾ ਸੀਕੁਐਂਸ ਆ ਲੈਸ ਦੈਨ an ਹੈ ਫॉर ਐਵਰੀ n। ਸੋ ਸੈਕਿੰਡ ਕੰਡੀਸ਼ਨ ਕੀ ਹੁੰਦੀ ਸਾਡੇ ਕੋਲ ਕਿ ਆਪਾਂ ਜਿਹੜਾ ਇਹ ਸੀਕੁਐਂਸ an ਆ ਇਹਦੇ ਤੇ ਆਪਾਂ ਲਿਮਿਟ n ਟੈਂਡ ਟੂ ਕੀ ਕਰਵਾਉਣੀ ਹੁੰਦੀ, ਇਨਫਿਨਿਟੀ। तो आप लिमिट n टेंड टू इन्फिनिटी करवा दी, ठीक है। तो 1/इन्फिनिटी 0 अप्रोच कर गया 0 तो गिवन सीरीज की हो गई कन्वर्जेंट। अगेन ये वाला सीक्वेंस -1 की पावर n-1 1/an, यहाँ पर है 1/n इंटू √n, 1/n, ठीक है। अगेन n ਨੂੰ n+1 √n+1 ग्रेटर दैन ही होगा n √n ਨੂੰ, ਤੇ डिवाइड करके देखा तो फिर डिवाइड ਦੇ ਵਿੱਚ डिनोमीनेटर 'ਚ ਤੁਹਾਨੂੰ पता ਜੇ ਵੱਡੀ चीज़ लैके जावांगे वो लैस बन जाएगी। तो पहली कंडीशन सैटिस्फाई हो गई। फिर इतने n टेंड टू इन्फिनिटी कराया 1/इन्फिनिटी 0 अप्रोच कर गया 0 ਨੂੰ। सो लिबनिट्स टेस्ट तो ਹੁਣ ਤੁਹਾਨੂੰ उदी याद हो गया कि लिबनिट्स टेस्ट की जो स्टेटमेंट भी सी कि एक मोनोटोनिक डिक्रीजिंग सीक्वेंस होना चाहिए, ठीक है। यानी कि an+1 लैस दैन ये होना चाहिए। दूसरा जे मैं लिमिट n टेंड टू इन्फिनिटी करवावां, लिमिट n टेंड टू इन्फिनिटी उस भी सीक्वेंस ते यानी सीक्वेंस कन्वर्ज किहनूं करना चाहिए, 0 ਨੂੰ कन्वर्ज करना चाहिए। तो उदनूं कहंदे लिबनिट्स टेस्ट, मतलब तुहाडी गिवन सीरीज़ जिहड़ी अल्टरनेटिंग सीरीज़ आ कन्वर्जन हुंदी आ। सो ये अल्टरनेटिंग सीरीज़ ते लगदा टेस्ट। ये कहता है कि जिहड़ा गिवन सीक्वेंस जो मोनोटोनिक डिक्रीजिंग सीक्वेंस है तो कन्वर्ज कर रहा 0 ਨੂੰ, दैट मीनस वो सीरीज़ जिहड़ी आ वो कन्वर्जेंट आ। नैक्सट इदा ही हैगा, तुसीं इहनूं भी देख सकते 1/n² बनता भी ਨੂੰ n+1² लैस ग्रेटर दैन हुंदा n²। सो 1 जो करांगे लैस दैन बन जाएगा, पहली कंडीशन सैटिस्फाई होएगी। फिर इस सीक्वेंस की लिमिट n टेंड टू इन्फिनिटी करांगे तो ये अप्रोच कर जाएगा 0 ਨੂੰ, तो गिवन सीरीज़ की हो जाएगी कन्वर्जन। सिमिलरली ये हैगा n की पावर p, यानी कि पावर n+1 की पावर p करांगे ऑब्वियसली ग्रेटर दैन होएगा, बट जो डिवाइड चो लैस दैन हो जाएगा। तो पहली कंडीशन सैटिस्फाई, दूसरी भी सैटिस्फाई हो जाएगी, तो लिबनिट्स टेस्ट की हो जाएगा कन्वर्जन। क्लियर है, बहुत ज़्यादा ईजी है, ठीक है। ये वाला हैगा 1/2³ -1+2, यानी पहला तो तुसीं की करना, हुण इदां दी मान लो तुहानूं पेपर 'च सीरी आंदी पई, पहला तो तुसीं की करोगे ओहदी AP बना के तुसीं ओहदी एक सीक्वेंस बना लोगे। वो तो तुहानूं आंदा a + n-1 इंटू d, ਉਹਦੇ ਅਕੋਰਡਿੰਗ ਵੀ ਬਣਾ ਸਕਦੇ ਹੋ ਤੁਸੀਂ, ਜਾਂ ਤੁਹਾਨੂੰ ਇੱਥੇ ਦੇਖ ਕੇ ਪਤਾ ਚੱਲ ਰਿਹਾ कि जे इत्थे 1 इत्थे है 1+2, फिर 1+2 + 3, देखो नीचे 3 की क्यूब आ रहा है, यानी कि जे ये n है ये n+1 है, तो ये नीचे वाला की दिता होया तुहानूं 2 × n+1 दा स्केयर, ठीक है। स्केयर दिता होया तुहानूं, सो सॉरी क्यूब दिता होया, ठीक है। सो ये तुहानूं लिखण दा तरीका जिहड़ा मेन वो पता होना चाहिए कि उन्होंने लिखिया किद्दां इस चीज़ नूं, ठीक है। अगे तो अगे के वध रही है, तो इन्होंने लिख लिया n/2 n+1², क्योंकि ये कट हो जाएगा। तो अकॉर्डिंग सीक्वेंस अगेन बाकी वही सारा उद्दी ही करना, ये n+1 लैस दैन आ जाएगा, फिर लिमिट n टेंड टू इन्फिनिटी अप्रोच करावांगे 0 आ जाएगा, ठीक है। नैक्सट डिस्कस द कन्वर्जेंस ऑफ द फॉलोइंग सीरीज़। गिवन सीरीज़ हैगी उन्हें -1 की पावर n दिता होया, नाल जिहड़ा तुहानूं सीक्वेंस की प्रोवाइडेड हैगा an, यानी कि तुहाडे सीक्वेंस n की पावर 1/n -1 प्रोवाइडेड है। इदां दे विच तुसीं की करना ना, सब तो पहला तो ना इहदा डेरीवेटिव लेना, ठीक है। तुहानूं याद होवे तो मोनोटोनिक डिक्रीजिंग इनक्रीजिंग सीक्वेंस 'च तुहानूं याद होवे कि आपां डेरीवेटिव फाइंड करदे हुंदे सीगे, डेरीवेटिव देखदे हुंदे ही, डेरीवेटिव तो भी सानूं पता चल जांदा हुंदा सीगा कि वो सीक्वेंस जिहड़ा मोनोटोनिक इनक्रीजिंग है या डिक्रीजिंग है, ठीक है। सो असीं की कीता इदां दे सम दे विच, क्योंकि सानूं नहीं पता चलदा तो असीं डेरीवेटिव कर लिया, डेरीवेटिव ऑफ n की पावर 1/n दा, ठीक है। सो ये हो गया n की पावर 1/n 1 - log n/n², जिहदा डेरीवेटिव कर लिया, ठीक है। लॉग लैके जिद्दां आपां सॉल्व करदे हुंदे आ। सो दिस इज़ लैस दैन 0 फॉर एवरी n ग्रेटर दैन इक्वल टू 3, यानी कि n जो 3 है या 3 तो ग्रेटर दैन है वो लिए सीक्वेंस लैस दैन की हो रहा 0 हो रहा, यानी कि n की पावर 1/n डिक्रीजिंग फंक्शन है किहदे लई, फॉर n ग्रेटर दैन इक्वल टू 3 लई, ठीक है। तो असी जे इहदे इदां भी लिखीए n+1 की पावर 1/n+1 लैस दैन होएगा 1/1 + 1/n की पावर 1/n दे किहदे लई, फॉर एवरी n ग्रेटर दैन इक्वल टू 3, यानी ये कंडीशन सैटिस्फाई हो रही, बट किहदे लई हो रही है, n ग्रेटर दैन इक्वल टू 3 लई। उस वाली लिमिट n टेंड टू इन्फिनिटी करवाई, उहदे लई अप्रोच कर गया 0 ਨੂੰ, ठीक है। क्योंकि तुहानूं भी पता
n ਦੀ ਪਾਵਰ 1/n ਇਨਫਿਨਿਟੀ, ਅਤੇ ਇਹਦੀ ਪਾਵਰ 1/∞ 0 ਹੁੰਦਾ, ਕਿਸੇ ਦੀ ਪਾਵਰ ਵੀ 0 ਕਿੰਨਾ ਹੁੰਦਾ 1, 1 - 1 0 ਆ ਗਿਆ। ਤਾਂ ਲਿਮਿਟ ਦੇ ਅਕੋਰਡਿੰਗ ਇਹ ਕੀ ਕਰ ਗਿਆ, ਕਨਵਰਜ ਕਰ ਗਿਆ। ਥੋੜ੍ਹਾ ਜਿਹਾ ਡਿਫਰੈਂਟ ਆ ਬਟ ਕੁਛ ਜ਼ਿਆਦਾ ਔਖਾ ਨਹੀਂ ਹੈਗਾ, ਠੀਕ ਹੈ। ਨੈਕਸਟ ਦੇਖੋ ਇਹਦੇ ਵਿੱਚ ਸੈਕਿੰਡ ਸਮ ਜਿਹੜਾ ਇਹਦਾ ਹੈਗਾ, ਦ ਗਿਵਨ ਸੀਰੀਜ਼ ਇਜ਼ an 1/√n, ਇਹ ਤਾਂ ਆਪਾਂ ਕਰ ਹੀ ਚੁੱਕੇ, ਇਹਦੇ ਨਾਲ ਦਾ ਸਮ ਉਹੀ ਰਿਪੀਟ ਹੋਇਆ, ਠੀਕ ਹੈ। ਥਰਡ ਦੇਖ ਲਓ 1/n, ਇਹ ਵੀ ਈਜ਼ੀ ਹੈਗਾ, n+1 ਗ੍ਰੇਟਰ ਦੈਨ n, ਈਜ਼ੀ, ਬਹੁਤ ਜ਼ਿਆਦਾ ਈਜ਼ੀ ਟੈਸਟ ਹੈਗਾ। ਇਹ ਵੀ ਹੈਗਾ 1/, ਇਹਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਆ, ਠੀਕ ਹੈ। 1/, ਪਰਮੂਟੇਸ਼ਨ ਦੇ ਵਿੱਚ ਵੀ ਦਿੱਤਾ n-1, 1/n-1, ਐਂਡ ਫਿਰ ਜਦੋਂ ਤੁਸੀਂ ਇੱਥੇ n ਨੂੰ n+1 ਪੁੱਟ ਕਰੋਗੇ ਤੁਹਾਡੇ ਕੋਲ n ਬਚ ਜਾਏਗਾ, ਅਤੇ ਤੁਹਾਨੂੰ ਪਤਾ ਹੈ ਗ੍ਰੇਟਰ ਦੈਨ ਹੋ ਜਾਏਗਾ n-1 ਦੇ ਨਾਲੋਂ, ਅਤੇ ਡਿਨੋਮੀਨੇਟਰ ਦੇ ਵਿੱਚ ਫਿਰ ਓਬਵੀਅਸਲੀ ਲੈਸ ਦੈਨ ਹੋ ਜਾਏਗਾ। ਸੋ ਪਹਿਲੀ ਕੰਡੀਸ਼ਨ ਹੋਲਡ ਕਰ ਗਈ, ਫਿਰ n ਟੈਂਡਸ ਟੂ ਇਨਫਿਨਿਟੀ ਲਈ ਅਪਰੋਚ ਕਰ ਰਿਹਾ 0 ਨੂੰ, ਸੋ ਇਹ ਵੀ ਕੰਡੀਸ਼ਨ ਸੈਟਿਸਫਾਈ ਕਰ ਗਈ, ਸੋ ਕਨਵਰਜੈਂਟ ਹੋ ਗਈ ਸੀਰੀਜ਼। ਇਹਦੀ ਤੁਹਾਡੇ ਕੋਲ ਸਿਮਿਲਰਲੀ ਨਾ ਕੁਛ ਸੀਰੀਜ਼ ਹੈਗੀਆਂ, ਦੇਖੋ ਇਹ ਵਾਲੇ ਕਾਫੀ ਸਾਰੇ ਸਮ ਹੈਗੇ ਆ, ਜਿੱਦਾਂ ਪਹਿਲਾਂ ਹੀ ਹੈਗਾ -1 ਦੀ ਪਾਵਰ n-1, 1/, ਇਹਨੂੰ ਫੈਕਟੋਰੀਅਲ n ਕਹਿ ਸਕਦੇ ਤੁਸੀਂ, ਫੈਕਟੋਰੀਅਲ n, ਠੀਕ ਹੈ। ਸੋਰੀ ਮੈਂ ਇੱਥੇ ਵੀ ਪਰਮੂਟੇਸ਼ਨ ਆਈ ਥਿੰਕ ਭੁੱਲ ਗਈ ਸੀ, ਸੋਰੀ, ਫੈਕਟੋਰੀਅਲ ਹੈ ਤੁਹਾਡੇ ਕੋਲ। ਫੈਕਟੋਰੀਅਲ n ਤੁਹਾਨੂੰ ਪਤਾ 1 ਫੈਕਟੋਰੀਅਲ n ਗ੍ਰੇਟਰ ਦੈਨ 0, ਅਤੇ ਜੇ ਮੈਂ n ਦੀ ਜਗ੍ਹਾ n+1 ਕਰਾਂਗੀ ਅਤੇ ਤੁਹਾਨੂੰ ਇਹ ਪਤਾ ਉਹ ਇੱਥੇ ਲਿਖਿਆ ਜਾਏਗਾ n+1, ਤੁਹਾਨੂੰ ਪਤਾ ਫੈਕਟੋਰੀਅਲ n+1 ਗ੍ਰੇਟਰ ਦੈਨ ਹੋਏਗਾ ਫੈਕਟੋਰੀਅਲ n ਨਾਲੋਂ, ਅਤੇ ਡਿਨੋਮੀਨੇਟਰ 'ਚੋਂ ਲੈਸ ਦੈਨ ਬਣ ਜਾਏਗਾ। ਫਿਰ ਪਹਿਲੀ ਕੰਡੀਸ਼ਨ ਸੈਟਿਸਫਾਈ, ਦੂਸਰਾ n ਟੈਂਡ ਟੂ ਇਨਫਿਨਿਟੀ 1/n ਫੈਕਟੋਰੀਅਲ n ਟੈਂਡਸ ਟੂ ਕਰੇਗਾ 0 ਨੂੰ, ਠੀਕ ਹੈ। ਮਤਲਬ ਕੁਐਸਚਨਸ ਨਹੀਂ ਔਖੇ ਹੈਗੇ, ਕੁਐਸਚਨ ਬਹੁਤ ਸੌਖੇ ਹੈ, ਬਸ ਤੁਹਾਨੂੰ ਟੈਸਟ ਅਪਲਾਈ ਕਰਨਾ ਆਉਣਾ ਚਾਹੀਦਾ। ਹੁਣ ਜਿੰਨੀ ਵਾਰੀ ਦਾ ਮੈਂ ਰਿਪੀਟ ਕੀਤਾ ਆਈ ਥਿੰਕ ਤੁਹਾਨੂੰ ਹੋ ਹੀ ਗਿਆ ਹੋਵੇਗਾ। ਸੋ 1/log n ਗ੍ਰੇਟਰ ਦੈਨ 0, ਬਟ ਫॉर ਐਵਰੀ n ਗ੍ਰੇਟਰ ਦੈਨ ਇਕੁਅਲ ਟੂ 2, ਬਸ ਥੋੜ੍ਹਾ ਧਿਆਨ ਰੱਖਣਾ ਕਿ ਵੈਸੇ ਪੁੱਛਿਆ ਨਹੀਂ ਜਾਏਗਾ, ਤੁਸੀਂ ਜਸਟ ਟੈਸਟ ਲਗਾ ਕੇ ਦੇਖਣਾ, ਤੁਹਾਨੂੰ ਪਤਾ log n+1 ਗ੍ਰੇਟਰ ਦੈਨ ਹੋਏਗਾ log n ਨੂੰ, ਅਤੇ ਡਿਵਾਈਡ 'ਚ ਜਦੋਂ ਕਰ ਜਾਵਾਂਗੇ ਉਹ ਲੈਸ ਦੈਨ ਹੋ ਜਾਏਗਾ, ਠੀਕ ਹੈ। ਸੋ ਪਹਿਲੀ ਕੰਡੀਸ਼ਨ ਹੋਲਡ ਕਰੇਗੀ, ਫਿਰ n ਟੈਂਡ ਟੂ ਇਨਫਿਨਿਟੀ ਕਰਕੇ ਦੇਖ ਲਿਆ, ਉਸ ਸਿਕੁਐਂਸ 'ਤੇ ਉਹਲੀ ਅਪਰੋਚ ਕਰ ਗਿਆ 0 ਨੇ, ਤਾਂ ਮਤਲਬ ਇਹ ਕਨਵਰਜੈਂਟ ਹੈ। ਸਿਮਿਲਰਲੀ ਨੈਕਸਟ ਹੈ, ਇਹ ਵੀ ਤੁਸੀਂ ਖੁਦ ਕਰ ਲੈਣਾ, ਠੀਕ ਹੈ। ਇਹਨੇ ਤੁਸੀਂ ਸਕਰੀਨਸ਼ਾਟ ਲੈ ਲਓ ਐਂਡ ਖੁਦ ਵੀ ਟਰਾਈ ਕਰਿਓ, ਠੀਕ ਹੈ। ਇਹ ਕੁਛ ਹੈ ਸਿੰਪਲ ਹੈਗੇ ਬਿਲਕੁਲ, ਕੁਛ ਜ਼ਿਆਦਾ ਔਖਾ ਨਹੀਂ ਹੈਗਾ ਇਹਨਾਂ 'ਚ, ਇਹਨਾਂ ਨੂੰ ਖੁਦ ਟਰਾਈ ਕਰਨਾ। ਤੁਸੀਂ ਸਕਰੀਨਸ਼ਾਟ ਇਹਨਾਂ ਦੇ ਲੈ ਸਕਦੇ ਆ, ਜਿੱਦਾਂ ਸਿਕੁਐਂਸ ਹੈ 1/n+1 ਅਪਰੋਚ ਕਰ ਰਿਹਾ 0 ਨੂੰ, ਜਦੋਂ n ਟੈਂਡ ਟੂ ਕੀਤਾ ਇਨਫਿਨਿਟੀ, ਇਸ ਲਈ ਸੀਰੀਜ਼ ਕੀ ਹੋ ਗਈ, ਕਨਵਰਜੈਂਟ ਹੋ ਗਈ। ਸਿਮਿਲਰਲੀ ਇੱਕ ਸਿਕੁਐਂਸ ਹੈ log n/n², an ਸਿਕੁਐਂਸ log n/n² ਦਿੱਤਾ ਹੋਇਆ, ਅਗੇਨ ਇਹੀ ਜਦੋਂ n ਨੂੰ n+1 ਕੀਤਾ, ਠੀਕ ਹੈ। ਤੁਸੀਂ ਇਹਨਾਂ ਨੇ ਇੱਦਾਂ ਮਾਈਨਸ ਪਾ ਕੇ ਲਿਖਿਆ, ਤੁਸੀਂ ਇੱਦਾਂ ਨਹੀਂ ਲਿਖਣਾ ਤਾਂ ਸਿੰਪਲ ਵੀ ਲਿਖ ਸਕਦੇ ਹੋ। ਬਾਕੀ ਇਹਨਾਂ ਨੇ ਇੱਧਰ ਡੈਰੀਵੇਟਿਵ ਕਰਕੇ ਵੀ ਤੁਹਾਨੂੰ ਦੱਸਿਆ ਹੋਇਆ ਕਿ ਡੈਰੀਵੇਟਿਵ ਤੋਂ ਵੀ ਸਾਨੂੰ ਪਤਾ ਲੱਗਦਾ ਕਿ ਇੱਕ ਡਿਕਰੀਜ਼ਿੰਗ ਫੰਕਸ਼ਨ ਹੈਗਾ, ਠੀਕ ਹੈ। ਸੋ ਇਹ ਦੇਖ ਲੈਣਾ ਤੁਸੀਂ। ਸਿਮਿਲਰਲੀ sin k/n, ਠੀਕ ਹੈ, ਵਿਦਾਊਟ ਐਨੀ ਲੋਸ ਆਫ ਜਨਰਲਿਸਿਟੀ ਵੀ ਅਜ਼ਿਊਮ ਕਿ ਇੱਕ ਪੋਜ਼ੀਟਿਵ ਜਿਹੜਾ ਹੈਗਾ ਇੱਥੇ ਹੈਗਾ ਆ, ਤਾਂ ਲਿਮਿਟ n ਟੈਂਡ ਟੂ ਇਨਫਿਨਿਟੀ k/n ਕੀ ਹੋ ਜਾਂਦਾ, 0 ਹੋ ਜਾਂਦਾ ਹੈ, ਠੀਕ ਹੈ। ਸੋ ਇੱਦਾਂ ਵੀ ਤੁਹਾਨੂੰ ਇਹ ਥੋੜ੍ਹੇ ਕਈ ਇੰਟਰਵਲਸ ਦਾ ਧਿਆਨ ਰੱਖਣਾ ਕਿ k/n ਲੈਸ ਦੈਨ π/2 ਅਤੇ k/n ਕਿਹੜੇ ਇੰਟਰਵਲ 'ਚ 0 ਤੋਂ π/2 ਦੇ ਵਿੱਚ। ਇਹਨਾਂ ਨੂੰ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਸਪੈਸੀਫਿਕ ਹੁੰਦਾ ਉਹਦਾ ਕੁਛ ਅਲੱਗ ਤੋਂ ਇੱਕ ਨੋਟ ਬਣਾ ਲਿਆ ਕਰੋ, ਠੀਕ ਹੈ। ਬਾਕੀ ਤਾਂ ਸਿਮਿਲਰਲੀ ਚੱਲਦੇ ਨੇ, ਅਤੇ ਬਟ ਸਾਨੂੰ ਤਾਂ ਪੇਪਰ 'ਚ ਇਹ ਪੁੱਛਿਆ ਜਾਏਗਾ ਕਨਵਰਜੈਂਟ ਜਾਂ ਡਿਵਰਜੈਂਟ, ਠੀਕ ਹੈ। ਤੁਹਾਨੂੰ ਬਹੁਤ ਆਈਡੀਆ ਹੋ ਜਾਏਗਾ ਜਦੋਂ ਤੁਸੀਂ ਇੰਨੇ ਸਾਰੇ ਕੁਐਸਚਨ ਪ੍ਰੈਕਟਿਸ ਕਰ ਲਓਗੇ। ਸਿਮਿਲਰਲੀ ਤੁਸੀਂ ਇਹ ਵਾਲਾ ਵੀ ਦੇਖ ਲੈਣਾ, ਠੀਕ ਹੈ, ਕਿ ਕਿਹਨੂੰ ਟੈਂਡ ਕਰ ਰਿਹਾ, ਜਦੋਂ ਤੁਸੀਂ ਇਨਫਿਨਿਟੀ ਨੂੰ ਟੈਂਡ ਕਰਾਇਆ ਅਪਰੋਚ ਕਰ ਰਿਹਾ 0 ਨੂੰ ਕਿ ਨਹੀਂ ਅਪਰੋਚ ਕਰ ਰਿਹਾ, ਠੀਕ ਹੈ। ਸੋ ਇਸ ਤਰ੍ਹਾਂ ਇਹ ਕਰ ਲੈਣਾ, ਈਜ਼ੀ ਹੈਗੇ ਸਾਰੇ ਕੁਐਸਚਨ। ਜੇ ਵੀਡੀਓ